ਇੱਕ ਸਿਆਣੇ ਦੇ ਕਥਨ ਅਨੁਸਾਰ ਕਦੇ-ਕਦੇ ਕੁਝ ਐਸੇ ਵੀ ਕੰਮ ਕਰ ਲੈਣੇ ਚਾਹੀਦੇ ਜਿਨ੍ਹਾਂ ਨਾਲ ਆਪਣੀ ਨਹੀਂ ਸਗੋਂ ਕਿਸੇ ਹੋਰ ਦੀ ਲੋੜ ਪੂਰੀ ਹੋ ਜਾਵੇ। ਇੱਥੇ ਸੁੱਖ ਭਾਵੇਂ ਦੂਸਰੇ ਨੂੰ ਮਿਲੇਗਾ ਪਰ ਸਕੂਨ ਦਾ ਅਹਿਸਾਸ ਤਾਂ ਸਾਨੂੰ ਜ਼ਰੂਰ ਹੋਵੇਗਾ। ਨਾਲੇ ਅਗਰ ਵੱਸ 'ਚ ਹੋ ਸਕੇ ਤਾਂ ਜ਼ਰੂਰਤ ਪੈਣ 'ਤੇ ਕਿਸੇ ਦੀ ਮਦਦ ਕਰਨ ਲੱਗਿਆ ਕਦੇ ਗੁਰੇਜ਼ ਨਾ ਕਰੋ। ਦੇਖੋ, ਇਸ ਗੱਲ ਦੀ ਗਰੰਟੀ ਤਾਂ ਨਹੀਂ ਦਿੱਤੀ ਜਾ ਸਕਦੀ ਕਿ ਜਿਸ ਦੀ ਮਦਦ ਤੁਸੀਂ ਅੱਜ ਪਏ ਕਰਦੇ ਉਹ ਕੱਲ੍ਹ ਤੁਹਾਡੀ ਵੀ ਕਰੇਗਾ, ਪਰ ਇੰਨੀ ਗੱਲ ਜ਼ਰੂਰ ਪੱਕੀ ਕਿ ਜਿਸ ਦਿਨ ਤੁਹਾਨੂੰ ਜ਼ਰੂਰਤ ਪਵੇਗੀ ਕੋਈ ਰੱਬ ਦਾ ਪਿਆਰਾ ਤੁਹਾਡਾ ਹੱਥ ਜ਼ਰੂਰ ਆ ਕੇ ਫੜੇਗਾ, ਜ਼ਰੂਰ ਆ ਕੇ ਫੜੇਗਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਇੰਸ ਕਨਸੈਪਟ ਕਲਾਸਿਸ 2.0। ਅੱਜ ਆਪਾਂ ਕੰਟੀਨਿਊ ਕਰਨ ਲੱਗੇ ਹਾਂ ਕਲਾਸ 12th ਅਕਾਊਂਟੈਂਸੀ ਚੈਪਟਰ ਨੰਬਰ 2 ਫੰਡਾਮੈਂਟਲਸ ਆਫ ਪਾਰਟਨਰਸ਼ਿਪ। ਕਾਫੀ ਸਾਰੇ ਕਨਸੈਪਟਸ ਆਪਾਂ ਸਿੱਖ ਚੁੱਕੇ ਹਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਇੱਕ ਬੜਾ ਪਿਆਰਾ ਤੇ ਬੜਾ ਸੋਹਣਾ ਕਨਸੈਪਟ ਸਿੱਖਿਆ ਸੀ ਰੈਕਟੀਫਿਕੇਸ਼ਨ ਨੂੰ ਲੈ ਕੇ, ਜਿਹਦਾ ਇੱਕ ਹੋਰ ਨਾਮ ਸੀ ਪਾਸਟ ਐਡਜਸਟਮੈਂਟਸ। ਹੁਣ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਉਹਦੇ ਨਿਊਮੈਰੀਕਲਸ ਕਰਕੇ ਦੇਖਾਂਗੇ, ਸੌਖੇ ਤੋਂ ਲੈ ਕੇ ਔਖੇ ਤੱਕ ਹਰ ਤਰ੍ਹਾਂ ਦੇ ਨਿਊਮੈਰੀਕਲ ਆਪਾਂ ਇਸ ਵੀਡੀਓ 'ਚ ਕਰਾਂਗੇ ਜੀ। ਚਲੋ ਸ਼ੁਰੂ ਹੁੰਦੇ ਹਾਂ। ਪਹਿਲਾ ਸੌਖਾ ਹੈ ਪੀ ਤੇ ਕਿਊ ਪਾਰਟਨਰਸ ਨੇ। ਮੈਂ ਜ਼ਿਆਦਾ ਦੇਖੋ ਮੈਂ ਪੂਰੇ ਤਰੀਕੇ ਨਾਲ ਇਨਫੋਰਮੇਸ਼ਨ ਨਹੀਂ ਲਿਖੀ, ਮੈਂ ਸਿਰਫ ਮੇਨ ਜਿਹੀ ਗੱਲਾਂ ਲਿਖੀਆਂ ਨੇ, ਠੀਕ ਹੈ। ਪੀ ਤੇ ਕਿਊ ਪਾਰਟਨਰਸ ਨੇ, ਉਹਨਾਂ ਦੀ ਫਿਕਸਡ ਕੈਪੀਟਲ 2 ਲੱਖ ਤੇ 3 ਲੱਖ ਦੀ ਹੈ। ਇੰਟਰਸਟ ਔਨ ਕੈਪੀਟਲ 12% ਪਰ ਐਨਮ ਹੈ ਜਿਹੜਾ ਦੇਣਾ। ਪ੍ਰੋਫਿਟ ਕਹਿੰਦੇ ਡਿਸਟ੍ਰੀਬਿਊਟ ਕਰਤਾ ਵਿਦਾਊਟ ਅਬਵ ਕੰਸੀਡਰੇਸ਼ਨ। ਪ੍ਰੋਫਿਟ ਕਹਿੰਦੇ ਵੰਡਤਾ, ਇੰਟਰਸਟ ਔਨ ਕੈਪੀਟਲ ਦੇਣਾ ਭੁੱਲ ਗਏ। ਤਾਂ ਬਸ ਹੁਣ ਜੋ ਚੀਜ਼ ਜਿਵੇਂ ਵੀ ਹੋਈ ਹੈ ਆਪਾਂ ਆਪਣਾ ਕੰਮ ਹੈ ਸੈਟਿੰਗ ਕਰਨਾ। ਸੈਟਿੰਗ ਕਰਨ ਵਾਸਤੇ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀ ਆਪਾਂ ਬਣਾਵਾਂਗੇ ਆਹ ਬੈਸਟ ਮੈਥਡ ਇਹੀ ਹੈ ਐਡਜਸਟਮੈਂਟ ਟੇਬਲ ਵਾਲਾ। ਅੱਛਾ, ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦੇਵਾਂ, ਰੈਕਟੀਫਿਕੇਸ਼ਨ ਵਾਸਤੇ ਵੀ 2 ਤਰੀਕੇ ਸੀਗੇ। ਇੱਕ ਸੀਗਾ ਕਿ P&L ਐਡਜਸਟਮੈਂਟ ਅਕਾਊਂਟ ਵਰਤਿਆ ਜਾਵੇ ਜਾਂ ਨਾ ਵਰਤਿਆ ਜਾਵੇ। 99% ਚਾਂਸਸ ਨੇ ਕਿ ਤੁਹਾਨੂੰ ਬਿਨਾਂ ਵਰਤੇ ਵਾਲਾ ਹੋਊਗਾ, ਮਤਲਬ ਤੁਹਾਨੂੰ ਸਿੰਪਲ ਜਰਨਲ ਐਂਟਰੀ ਵਾਲਾ ਆਏਗਾ ਕਿ ਪਾਰਟਨਰ ਆਪਸ ਦੇ ਵਿੱਚ ਉਹਨਾਂ ਦੀ ਅਮਾਊਂਟ ਅਗਰ ਆਪਾਂ ਆਪਸ ਦੇ ਵਿੱਚ ਕਿਵੇਂ ਹਿਸਾਬ ਕਿਤਾਬ ਕਰਕੇ ਐਡਜਸਟਮੈਂਟ ਕਰ ਦਿੰਦੇ ਹਾਂ। ਬਿਨਾਂ P&L ਐਡਜਸਟਮੈਂਟ ਅਕਾਊਂਟ ਵਰਤੇ ਕਿਵੇਂ ਤੁਸੀਂ ਰੈਕਟੀਫਿਕੇਸ਼ਨ ਕਰੋਗੇ। ਮੋਸਟਲੀ ਜਿਹੜੀ ਇੱਕ ਲਾਈਨ ਲਿਖੀ ਆਊਗੀ ਉਹ ਆਊਗੀ ਰੈਕਟੀਫਾਈ ਬਾਏ ਪਾਸਿੰਗ ਅ ਜਰਨਲ ਐਂਟਰੀ। ਵੀ ਇੱਕ ਐਂਟਰੀ ਪਾ ਕੇ, ਸਿਰਫ ਇੱਕ ਐਂਟਰੀ ਪਾ ਕੇ ਰੈਕਟੀਫਿਕੇਸ਼ਨ ਦਾ ਕੰਮ ਨਿਬੇੜੋ। ਤਾਂ ਉੱਥੋਂ ਆਪਾਂ ਨੂੰ ਸਮਝ ਆਉਂਦਾ ਕਿ ਐਡਜਸਟਮੈਂਟ ਅਕਾਊਂਟ ਵਾਲਾ ਕੰਮ ਨਹੀਂ ਕਰਨਾ, P&L ਐਡਜਸਟਮੈਂਟ ਅਕਾਊਂਟ ਨਹੀਂ ਬਣਾਉਣਾ, ਸਿਰਫ ਐਂਟਰੀ ਪਾਵਾਂਗੇ। ਉਹ ਕਰਨ ਵਾਸਤੇ ਤਰੀਕਾ ਕੀ ਹੈ, ਐਡਜਸਟਮੈਂਟ ਟੇਬਲ ਪਹਿਲਾਂ ਬਣੇਗਾ। ਐਡਜਸਟਮੈਂਟ ਟੇਬਲ ਹੁੰਦਾ ਕੀ ਹੈ ਦੇਖਿਓ ਜ਼ਰਾ। ਇੱਥੇ ਪਾਰਟੀਕੂਲਰਸ, ਫਿਰ ਪਾਰਟਨਰਸ ਦੇ ਨਾਮ ਪੀ ਤੇ ਕਿਊ, ਪੀ ਕਿਊ। ਅੱਗੇ ਤੁਹਾਨੂੰ ਯਾਦ ਹੋਊਗਾ ਡੈਬਿਟ ਕ੍ਰੈਡਿਟ, ਜਿਵੇਂ ਕਿ ਪਿਛਲੀ ਵੀਡੀਓ 'ਚ ਕੀਤਾ ਸੀਗਾ ਡੈਬਿਟ ਕ੍ਰੈਡਿਟ। ਮੈਂ ਗੱਲ ਦੱਸ ਦੇਵਾਂ, ਜਿਨ੍ਹਾਂ ਨੂੰ ਇਸ ਮੈਥਡ ਦੀ ਡਿਟੇਲ ਚਾਹੀਦੀ ਹੈ ਤਾਂ ਪਲੀਜ਼ ਉਹ ਪਿਛਲੀ ਵੀਡੀਓ ਜਾ ਕੇ ਜ਼ਰੂਰ ਦੇਖ ਲੈਣ, ਠੀਕ ਹੈ। ਸਾਰੀਆਂ ਵੀਡੀਓਜ਼ ਦਾ ਜਿਹੜਾ ਹਿਸਾਬ ਕਿਤਾਬ ਹੈਗਾ ਨਾ, ਤੁਹਾਨੂੰ ਚੈਨਲ ਦੇ ਵਿੱਚ ਤੁਸੀਂ ਜਾਓ, ਪਲੇਲਿਸਟ ਵਾਲੀ ਜਗ੍ਹਾ 'ਤੇ ਪਹੁੰਚੋ, ਕਲਾਸ 12th ਅਕਾਊਂਟੈਂਸੀ, ਉੱਥੇ ਸੀਰੀਅਲ ਵਾਈਜ਼ ਵੀਡੀਓਜ਼ ਪਾਈਆਂ ਹੋਈਆਂ ਨੇ, ਤੁਹਾਨੂੰ ਉੱਥੇ ਮਿਲ ਜਾਣਗੀਆਂ। ਅਤੇ ਇੱਥੇ ਆਪਾਂ ਤੁਹਾਨੂੰ ਯਾਦ ਹੋਵੇ ਤਾਂ ਇੱਕ ਉਹ ਰੱਖਦੇ ਸੀ ਫਰਮ, ਡੈਬਿਟ ਕ੍ਰੈਡਿਟ। ਇਹ ਆਪਣਾ ਹਿਸਾਬ ਕਿਤਾਬ ਇੱਦਾਂ ਹੁੰਦਾ ਸੀ। ਅਤੇ ਮੈਥਡ ਕੀ ਸੀਗਾ, ਸ਼ੁਰੂਆਤ ਇਸ ਗੱਲ ਤੋਂ ਹੁੰਦੀ ਸੀ ਕਿ ਅਗਰ ਧਿਆਨ ਨਾਲ ਸੁਣਿਓ, ਅਗਰ ਕੋਈ ਗਲਤੀ ਹੋਈ ਹੈ ਤਾਂ ਉਹਦਾ ਰਿਵਰਸ ਮਾਰੋ। ਮਤਲਬ ਅਗਰ ਤੁਸੀਂ ਕੁਝ ਗਲਤ ਬਣਤਾ ਤਾਂ ਉਹ ਪੈਸੇ ਦੁਬਾਰਾ ਵਾਪਸ ਲੈ ਲਓ, ਕ੍ਰੈਡਿਟ ਕੀਤਾ ਡੈਬਿਟ ਕਰ ਦਿਓ, ਰਿਵਰਸ ਮਾਰੋ। ਹੁਣ ਤੁਸੀਂ ਅਗਰ ਗੌਰ ਕਰੋਗੇ ਇਸ ਕੁਐਸਚਨ 'ਚ ਕੁਝ ਖਾਸ ਹੈ। ਗਲਤੀ ਇਹ ਨਹੀਂ ਹੋਈ ਵੀ ਕੁਝ ਗਲਤ ਕੀਤਾ ਹੈ, ਗਲਤੀ ਇਹ ਹੋਈ ਕਿ ਕਰਨਾ ਭੁੱਲ ਗਏ।
ਤੇ ਜੇ ਕੁਝ ਕਰਨਾ ਭੁੱਲ ਗਏ, ਮਤਲਬ ਕੁਝ ਗਲਤ ਤਾਂ ਨਹੀਂ ਕੀਤਾ, ਬਸ ਉਹ ਕਰਨਾ ਭੁੱਲ ਗਏ, ਤਾਂ ਜਿਹੜਾ ਉਹ ਰੋਂਗ ਵਾਲੇ ਹਿਸਾਬ ਕਿਤਾਬ ਸੀਗਾ ਇੱਥੇ ਨਹੀਂ ਹੈਗਾ, ਬਸ ਉਹ ਕਰਨਾ ਭੁੱਲ ਗਏ ਕੰਮ। ਹੁਣ ਦੂਜੀ ਗੱਲ ਕਰੋ ਵੀ ਜੋ ਕਰਨਾ ਭੁੱਲ ਗਏ ਬਸ ਆਪਾਂ ਉਹ ਕਰ ਦਿੰਦੇ। ਸਿੱਧਾ ਕਹਿ ਰਿਹਾ ਸੀ ਕਿ ਜੋ ਨਹੀਂ ਹੋਇਆ, ਜੋ ਆਪਾਂ ਭੁੱਲ ਗਏ ਬਸ ਉਹ ਕਰ ਦਿਓ। ਤਾਂ ਇੱਥੇ ਕੀ ਹੈ, ਇੰਟਰਸਟ ਔਨ ਕੈਪੀਟਲ ਦੇਣਾ ਰਹਿ ਗਿਆ ਸੀਗਾ, ਆਪਾਂ ਦੇ ਦਿੰਦੇ ਹਾਂ। ਕਿੰਨਾ ਹੈ 12% ਪਰ ਐਨਮ ਦੇ ਦਿਓ। ਤੁਸੀਂ ਅਗਰ ਪਾਰਟਨਰਸ ਨੂੰ ਕੁਝ ਦੇਣਾ ਹੈ, ਮੈਂ ਦੁਬਾਰਾ ਕਹਿ ਰਿਹਾ, ਅਗਰ ਪਾਰਟਨਰ ਨੂੰ ਕੁਝ ਦੇਣਾ ਹੈ ਫਰਮ ਨੇ, ਤਾਂ ਫਰਮ ਪਾਰਟਨਰ ਦੇ ਕੈਪੀਟਲ ਅਕਾਊਂਟ ਨੂੰ ਕ੍ਰੈਡਿਟ ਕਰੂਗੀ। ਇਹ ਗੱਲ ਯਾਦ ਰੱਖਿਓ। ਉੱਦਾਂ ਹੀ ਯਾਦ ਰੱਖ ਲਓ ਕਿ ਜਿਵੇਂ ਮੈਨੂੰ ਸੈਲਰੀ ਪੈਂਦੀ ਹੈ, ਜਦੋਂ ਮੇਰੇ ਅਕਾਊਂਟ 'ਚ ਪੈਸੇ ਆਉਂਦੇ ਨੇ ਤਾਂ ਮੈਸੇਜ ਆਉਂਦਾ ਯੂਅਰ ਅਕਾਊਂਟ ਹੈਜ਼ ਬੀਨ ਕ੍ਰੈਡਿਟਡ ਵਿਦ, ਐਵੇਂ ਮਤਲਬ ਜਦੋਂ ਮੇਰੇ ਅਕਾਊਂਟ 'ਚ ਪੈਸੇ ਪਾਉਂਦਾ ਬੈਂਕ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਯੂਅਰ ਅਕਾਊਂਟ ਹੈਜ਼ ਬੀਨ ਕ੍ਰੈਡਿਟਡ। ਜਦੋਂ ਤੁਸੀਂ ਕਿਸੇ ਨੂੰ ਪੈਸੇ ਦੇਣ ਦੀ ਗੱਲ ਕਰਨੀ ਹੈ, ਫਰਮ ਨੇ ਅਗਰ ਪੀ ਤੇ ਕਿਊ ਨੂੰ ਪੈਸੇ ਦੇਣੇ ਨੇ ਤਾਂ ਉਹਨਾਂ ਦੇ ਅਕਾਊਂਟ ਕ੍ਰੈਡਿਟ ਹੋਣਗੇ। ਬਸ ਕ੍ਰੈਡਿਟ ਕਰੋ। 2 ਲੱਖ ਦਾ 12% ਕਿੰਨਾ ਆ ਗਿਆ 24,000। 3 ਲੱਖ ਦਾ 12% 36,000। ਟੋਟਲ ਕਰੋ ਜੀ, ਇਹ ਬਣ ਗਿਆ 36 ਤੇ 24 60,000 ਹੋ ਗਿਆ। ਇੱਕ ਚੀਜ਼ ਹੋਰ, ਇੱਥੇ ਕ੍ਰੈਡਿਟ ਕੀਤਾ ਤਾਂ ਫਰਮ ਨੂੰ ਕੀ ਹੋਊਗਾ, ਡੈਬਿਟ। ਠੀਕ ਹੈ। ਹੁਣ ਜਦੋਂ ਪਿਛਲੀ ਵੀਡੀਓ 'ਚ ਮੈਂ ਤੁਹਾਨੂੰ ਗੱਲ ਦੱਸਦਾ, ਜਦੋਂ ਆਪਾਂ ਇੱਕ ਕੁਐਸਚਨ ਇਹਦੇ ਨਾਲ ਦਾ ਕੀਤਾ ਸੀਗਾ, ਮੈਂ ਕਨਸੈਪਟ ਕਲੀਅਰ ਕਰਾਇਆ ਸੀ ਤੇ ਕੁਐਸਚਨ ਵੀ ਕਰਾਇਆ ਸੀਗਾ ਨਾਲ ਉਹਦੇ। ਸਭ ਤੋਂ ਇੰਪੋਰਟੈਂਟ ਚੀਜ਼ ਇਹ ਦੱਸਣੀ ਹੈ ਕਿ ਫਰਮ ਆਪਣੇ ਕੋਲ ਕੁਝ ਨਹੀਂ ਰੱਖੂਗੀ। ਫਰਮ ਦਾ ਖਾਤਾ ਹਮੇਸ਼ਾ ਇੱਥੇ ਨਿਲ ਹੋਣਾ ਚਾਹੀਦਾ। ਜਿੰਨਾ ਫਰਮ ਡੈਬਿਟ ਕੀਤਾ ਉਨੀ ਇੱਥੇ ਕ੍ਰੈਡਿਟ ਹੋਣੀ ਚਾਹੀਦੀ ਹੈ। ਪਾਰਟਨਰ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ, ਉਹਨਾਂ ਨੂੰ ਜਿੰਨਾ ਜਿਵੇਂ ਆਉਂਦਾ ਉਹ ਤਾਂ ਚਲੋ ਪਾ ਦਾਂਗੇ ਆਪਾਂ, ਪਰ ਫਰਮ ਦਾ ਕੰਪਲਸ਼ਨ ਹੈ, ਜ਼ਰੂਰੀ ਹੈ 60 ਇੱਥੇ ਡੈਬਿਟ ਕੀਤਾ, 60 ਉੱਥੇ ਕ੍ਰੈਡਿਟ ਕਰੋ, ਬਰਾਬਰ ਕਰਨਾ ਹੀ ਕਰਨਾ। ਤਾਂ ਤੁਸੀਂ ਇੱਥੇ ਲਿਖੋਗੇ 60,000 ਰੁਪਇਆ ਕ੍ਰੈਡਿਟ ਕਰੋਗੇ। ਹੁਣ ਫਰਮ ਨੂੰ ਕ੍ਰੈਡਿਟ ਕਰਨਾ ਪੈ ਗਿਆ 60,000 ਰੁਪਇਆ। ਹੁਣ ਮਜਬੂਰੀ ਹੈ, ਅਗਰ ਫਰਮ ਨੂੰ ਕ੍ਰੈਡਿਟ ਕੀਤਾ ਤਾਂ ਇਹ ਪੈਸੇ ਫਰਮ ਕੋਲ ਕਿਵੇਂ ਆਉਣਗੇ? ਜੇ ਇੱਥੇ ਕ੍ਰੈਡਿਟ ਹੋਇਆ ਤਾਂ ਇੱਧਰ ਡੈਬਿਟ ਵੀ ਹੋਏਗਾ। ਫਿਰ ਹੁਣ ਉਹ ਡੈਬਿਟ ਕਿਵੇਂ ਹੋਏਗਾ, ਬਸ ਉਹੀ ਸਮਝਣਾ। ਜਿਹੜਾ ਫਰਮ ਨੂੰ ਇੱਥੇ ਆਪਾਂ ਹੁਣ ਕ੍ਰੈਡਿਟ ਦਾ 60,000 ਰੁਪਏ ਦਾ ਕ੍ਰੈਡਿਟ ਦਿੱਤਾ ਆਪਾਂ ਨੇ, ਇੱਥੇ ਡੈਬਿਟ ਕਰਾਂਗੇ ਪਾਰਟਨਰਸ ਦੇ ਕੈਪੀਟਲ ਅਕਾਊਂਟ ਨੂੰ। ਸੋਚਣ ਵਾਲੀ ਗੱਲ ਹੈ ਵੀ ਡੈਬਿਟ ਕਿੰਨੀ ਅਮਾਊਂਟ ਨਾਲ ਕਰਾਂਗੇ, ਹਮੇਸ਼ਾ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ 'ਚ। ਕਿਉਂ? ਦੇਖੋ ਇੱਥੇ ਆਪਾਂ ਬੈਠੇ ਬਿਠਾਏ ਇੱਕ ਖਰਚਾ ਤਿਆਰ ਕਰ ਬੈਠੇ ਹਾਂ। ਖਰਚਾ ਤਿਆਰ ਹੋ ਗਿਆ ਇੱਕ ਕਿ 60,000 ਰੁਪਇਆ ਫਰਮ ਦੇਊਗੀ, 24 ਤੇ 36,000 ਰੁਪਇਆ ਪੀ ਤੇ ਕਿਉਂ ਨੂੰ। 60,000 ਕਿਤੇ ਹਵਾ 'ਚ ਹੋਊਗਾ, ਲੋਸ ਖੜਾ ਹੋ ਗਿਆ ਇੱਕਦਮ। ਫਿਰ ਉਹ ਲੋਸ ਕਿੱਥੋਂ ਝੇਲੂ, ਕੌਣ ਝੇਲੂਗਾ? ਪਾਰਟਨਰ ਇਹ ਝੇਲਣਗੇ, ਹੋਰ ਕੀ ਹੈ। ਤਾਂ ਜਿਹੜਾ ਲੋਸ ਝੇਲਣ ਵਾਲੀ ਗੱਲ ਹੈ, ਲੋਸ ਟ੍ਰਾਂਸਫਰਡ। ਠੀਕ ਹੈ। ਲੋਸ ਕਿਵੇਂ ਟ੍ਰਾਂਸਫਰ ਹੋਊਗਾ? ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ 'ਚ। ਅਗਰ ਕੁਐਸਚਨ ਦੇ ਵਿੱਚ ਮੈਂਸ਼ਨ ਨਹੀਂ ਹੈਗੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਤਾਂ ਸਿੰਪਲ ਤਰੀਕਾ ਹੈ, ਮੰਨ ਕੇ ਚਲੋ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਿੰਨੀ ਹੋਏਗੀ 1:1 ਬਰਾਬਰ ਬਰਾਬਰ ਇਕੁਅਲ ਰੇਸ਼ੋ ਹੋਏਗੀ। 60 ਦਾ ਅੱਧਾ ਅੱਧਾ ਕਰੋ, 30,000 ਇਹਨੂੰ ਮਿਲਿਆ, 30,000 ਇੱਥੇ ਡੈਬਿਟ ਕੀਤਾ ਆਪਾਂ। ਠੀਕ ਹੈ ਜੀ। 30,000 ਦਾ ਘਾਟਾ ਇਹਨੂੰ ਖਾਣਾ ਪਿਆ, 30,000 ਦਾ ਘਾਟਾ ਇਹਨੂੰ ਖਾਣਾ ਪਿਆ। ਓਕੇ। ਤੇ ਹੁਣ ਤੁਹਾਨੂੰ ਜਿਵੇਂ ਪਿਛਲੀ ਵੀਡੀਓ ਦੱਸਿਆ ਸੀਗਾ, ਆਪਾਂ ਜਦੋਂ ਸਾਰਾ ਕੰਮ ਨਿਬੜ ਗਿਆ, ਜਿਵੇਂ ਆਪਾਂ ਜਿਹੜਾ ਕਰਨਾ ਸੀਗਾ, ਇੱਥੇ ਬਰਾਬਰ ਬਰਾਬਰ ਹੋ ਗਿਆ, ਉਸ ਤੋਂ ਬਾਅਦ ਆਪਾਂ ਮਾਰਾਂਗੇ ਲਾਈਨ। ਠੀਕ ਹੈ। ਲਾਈਨ ਲੱਗ ਗਈ ਤੇ ਨੀਚੇ ਲਿਖਾਂਗੇ ਪਹਿਲਾਂ ਟੋਟਲ 30 24 30 36 60 60 ਇੰਨਾ ਹੋ ਗਿਆ। ਹੁਣ ਇਸ ਤੋਂ ਬਾਅਦ ਇੱਕ ਹੋਰ ਲਾਈਨ, ਮੈਂ ਤੁਹਾਨੂੰ ਕਿਹਾ ਸੀ ਇੱਕੋ ਲਾਈਨ ਹੋਰ ਮਾਰਨੀ ਆਪਾਂ ਨੇ। ਇਹ ਲਾਈਨ ਤੋਂ ਨੀਚੇ ਆਪਾਂ ਲਿਖਾਂਗੇ ਇੱਥੇ ਡਿਫਰੈਂਸ, ਕਿਉਂਕਿ ਇੱਥੇ ਆਪਾਂ ਡਿਫਰੈਂਸ ਕੱਢਾਂਗੇ। ਤੇ ਬੜੀ ਇੰਪੋਰਟੈਂਟ ਗੱਲ, ਆਪਾਂ ਹੁਣ ਕੱਲਾ ਕੱਲਾ ਪਾਰਟਨਰ ਦਾ ਸਿੰਗਲ ਕਾਲਮ ਚਾਹੀਦਾ। ਠੀਕ ਹੈ। ਕਿਵੇਂ? ਇੱਥੇ ਡਿਫਰੈਂਸ ਕੱਢਾਂਗੇ। 30 ਤੇ 24 ਦੇ ਵਿੱਚ ਕਿੰਨਾ ਡਿਫਰੈਂਸ ਹੈ? 6,000 ਦਾ ਡਿਫਰੈਂਸ। 30 ਤੇ 36 ਦਾ 6,000 ਦਾ ਡਿਫਰੈਂਸ। ਇੱਥੇ ਤਾਂ ਆਪਾਂ ਖੁਦ ਹੀ ਕੀਤਾ,
ਨੀਲ। 6000 ਦਾ ਡਿਫਰੈਂਸ ਕਿਵੇਂ ਹੈ? ਡੈਬਿਟ ਸਾਈਡ ਵੱਡੀ ਹੈ ਤਾਂ ਬੈਲੈਂਸ ਬਚੂਗਾ ਡੈਬਿਟ ਸਾਈਡ ਦਾ, ਕ੍ਰੈਡਿਟ ਸਾਈਡ ਵੱਡੀ ਹੈ ਤਾਂ ਬੈਲੈਂਸ ਬਚੂਗਾ ਕ੍ਰੈਡਿਟ ਸਾਈਡ ਦਾ। ठीक है, ब्रैकेट बनाए बावा, डेबिट बैलेंस बचा, क्रेडिट बैलेंस बचा, क्वेश्चन खत्म है। पता कि मैं एक लास्ट बस एंट्री पाएगी, ओके एंट्री पाएगी, देखियो सर। आहा, पीस कैपिटल अकाउंट डेबिटेड टू क्यूज कैपिटल अकाउंट 6000 बस अपना काम खत्म है जी। एक लाइन लिखना भुल गए सी, नरेशन कई बार रह नहीं दिमाग चो, बीइंग लिखो भावें ना लिखो, +2 ਦੇ ਵਿੱਚ वैसे लिखते नहीं होंगे, +1 ਚ ਜ਼ਰੂਰ ਅਸੀਂ ਛਿੱਤਰ ਲਾਲਾ ਸਿਖਾਉਂਦੇ ਵੀ ਲਿਖੋ ਲਿਖੋ ਕਰਕੇ, ਬਟ +2 ਲਿਖਣ ਦੀ ਲੋੜ ਨਹੀਂ ਹੈਗੀ। बीइंग ਤੋਂ ਬਿਨਾਂ ਆਪਾਂ ਲਿਖਾਂਗੇ ਐਡਜਸਟਮੈਂਟ ਡਨ। ਐਡਜਸਟਮੈਂਟ ਕਿਸ ਗੱਲ ਦੀ ਕੀਤੀ? ਆਪਾਂ ਗਲਤੀ ਨਹੀਂ ਸੀ ਕੀਤੀ, ਆਪਾਂ ਓਮਿਸ਼ਨ ਕੀਤੀ ਸੀ, ਮਤਲਬ ਓਮਿਸ਼ਨ ਹੁੰਦਾ ਭੁੱਲ ਗਏ, ਛੱਡ ਗਏ। ਐਡਜਸਟਮੈਂਟ ਡਨ ਫॉर ਓਮਿਸ਼ਨ ਆਫ ਇੰਟਰਸਟ ਔਨ ਕੈਪੀਟਲ। ਠੀਕ ਹੈ ਜੀ, ਕੁਝ ਹੋਰ ਕੁਐਸਚਨਸ ਕਰਦੇ ਹਾਂ ਜਿਹਦੇ ਨਾਲ ਤੁਹਾਨੂੰ ਡਿਫਿਕਲਟੀ ਲੈਵਲ ਸਮਝ ਆ ਜਾਏਗਾ ਕਿ ਇਹ ਕੁਐਸਚਨ ਕਿੰਨੇ ਕੁ ਔਖੇ ਆ ਸਕਦੇ ਨੇ। ਆ ਦੇਖਿਓ ਜ਼ਰਾ, ਆ ਕੁਐਸਚਨ ਹੈ ਕੈਪੀਟਲ ਦਿੱਤੀਆਂ ਹੋਈਆਂ ਨੇ ਪਾਰਟਨਰਸ ਦੀਆਂ ABC 1,20,000 90,000 60,000 ਤੇ ਲਾਸਟ 'ਚ ਲਿਖਿਆ ਸੀ ਰਿਸਪੈਕਟਿਵਲੀ, ਮਤਲਬ A ਦੀ ਕੈਪੀਟਲ 1,20,000, B ਦੀ ਕੈਪੀਟਲ 90, C ਦੀ ਕੈਪੀਟਲ 60,000। ਅਗਲੀ ਗੱਲ ਕਹਿੰਦੇ ਜਿਹੜੀ ਗਲਤੀ ਹੈ, ਇੰਟਰਸਟ ਔਨ ਕੈਪੀਟਲ ਵਾਜ਼ ਕ੍ਰੈਡਿਟਡ 6% ਇੰਸਟੈਡ ਆਫ 5%। ਕਹਿੰਦੇ ਜਿਹੜਾ ਇੰਟਰਸਟ ਦਿੱਤਾ ਕੈਪੀਟਲ ਦੇ ਉੱਤੇ 6% ਦਿੱਤਾ, ਜਦ ਕਿ ਦੇਣਾ 5% ਸੀ। ਇੰਸਟੈਡ ਦਾ ਮਤਲਬ ਬਜਾਏ 5% ਦੀ ਬਜਾਏ 6% ਇੰਟਰਸਟ ਔਨ ਕੈਪੀਟਲ ਦੇ ਦਿੱਤਾ। ਇਸ ਤੋਂ ਤੁਸੀਂ ਇੰਨੀ ਗੱਲ ਸਮਝ ਸਕਦੇ ਹੋ ਕਿਹੜੇ ਵਾਲਾ ਗਲਤ ਹੈ ਕਿਹੜੇ ਵਾਲਾ ਸਹੀ ਹੈ। ਦੇਖੋ 6% ਦਿੱਤਾ, ਇਹ ਵਾਲਾ ਰੋਂਗ ਹੈ, ਪਹਿਲੀ ਗੱਲ ਤਾਂ ਇਹ ਕਲੀਅਰ ਕਰੋ। 5% ਜਿਹੜਾ ਦਿੱਤਾ ਨਹੀਂ, ਉਹਨਾਂ ਨੇ ਗਲਤ ਕੰਮ ਕੀਤਾ, ਉਹਨਾਂ ਨੇ ਆਹ ਵਾਲਾ ਸਹੀ ਹੈ। ਠੀਕ ਹੈ ਜੀ, ਇਹ ਗੱਲ ਤਾਂ ਪਤਾ ਲੱਗ ਗਈ, ਆਹ ਗਲਤ ਹੈ ਆਹ ਸਹੀ ਹੈ। ਆਪਾਂ ਨੇ ਕਰਨੀ ਐਡਜਸਟਮੈਂਟ ਐਂਟਰੀ, ਕੀ ਕਰਾਂਗੇ ਉਹੀ ਕੁਝ ਕਰਾਂਗੇ ਜਿਹੜਾ ਆਪਾਂ ਸਿੱਖਿਆ ਸੀਗਾ। ਆਪਾਂ ਬਣਾਉਣ ਲੱਗੇ ਹਾਂ ਐਡਜਸਟਮੈਂਟ ਟੇਬਲ। ਦੇਖਿਓ ਜੀ, ਸਭ ਤੋਂ ਪਹਿਲਾ ਕਾਲਮ ਪਾਰਟਿਕੂਲਰਸ, ਪਾਰਟਨਰਸ A B C ਤੇ ਲਾਸਟ ਤੁਹਾਨੂੰ ਯਾਦ ਹੈ ਫਰਮ। ਠੀਕ ਹੈ ਜੀ, ਤੇ ਇਹਨਾਂ ਦੇ ਵਿੱਚ ਅੱਗੇ ਫਿਰ ਆਪਾਂ ਬਣਾਉਂਦੇ ਹਾਂ ਡੈਬਿਟ ਦਾ ਕ੍ਰੈਡਿਟ ਦਾ ਕਾਲਮ ਅਲੱਗ-ਅਲੱਗ, ਡੈਬਿਟ ਕ੍ਰੈਡਿਟ ਡੈਬਿਟ ਕ੍ਰੈਡਿਟ ਡੈਬਿਟ ਕ੍ਰੈਡਿਟ। ਓਕੇ, ਇਸ ਤੋਂ ਬਾਅਦ ਨਿੱਕਾ ਜਿਹਾ ਕੰਮ ਹੈ ਬਸ। ਕੀ ਕਰਨਾ, ਜੋ ਗਲਤ ਹੋਇਆ ਪਹਿਲਾਂ ਤਾਂ ਉਹਨੂੰ ਫੜੋ। ਇੰਟਰਸਟ ਔਨ ਕੈਪੀਟਲ ਪ੍ਰੋਵਾਈਡਡ ਰੋਂਗ, ਜੋ ਗਲਤ ਪ੍ਰੋਵਾਈਡ ਹੋਇਆ 6%। ਜਿਹੜੀ ਚੀਜ਼ ਗਲਤ ਹੋਈ ਹੈ ਉਹਦਾ ਰਿਵਰਸ ਇਫੈਕਟ ਮਾਰਨਾ, ਇਹ ਰਿਵਰਸ ਕਰਨਾ। ਇੰਟਰਸਟ ਔਨ ਕੈਪੀਟਲ ਆਪਾਂ ਕ੍ਰੈਡਿਟ ਕਰਦੇ ਹੁੰਦੇ ਆ ਕਿਉਂਕਿ ਪਾਰਟਨਰਸ ਨੂੰ ਦੇਣੇ ਆ, ਰਿਵਰਸ ਕਿਵੇਂ ਕਰੋਗੇ, ਡੈਬਿਟ ਕਰ ਦਿਓ। ਤੇ ਬਸ 1,20,000 ਤੇ 6%, 1,20,000 ਤੇ 6% 7200 ਰੁਪਏ ਬਣੂਗਾ, ਇਹ 7200 ਡੈਬਿਟ ਕਰਾਂਗੇ 7200, ਇਹ ਤੇ 6% 5400 ਤੇ 60,000 ਤੇ 6% 3600। ਹੁਣ ਜੇ ਇਹਨਾਂ ਤਿੰਨਾਂ ਨੂੰ ਡੈਬਿਟ ਕੀਤਾ
ਤਾਂ ਇਹ ਸਾਰਾ ਪੈਸਾ ਫਰਮ ਕੋਲ ਇਕੱਠਾ ਹੋ ਜਾਏਗਾ। ਇੱਥੇ ਡੈਬਿਟ ਹੋਇਆ, ਉੱਥੇ ਕ੍ਰੈਡਿਟ ਹੋਊਗਾ। ਠੀਕ ਹੈ ਜੀ, ਇਹ ਆ ਗਿਆ ਇੱਥੇ 16,200 ਰੁਪਇਆ। ਇੰਨਾ ਕਲੀਅਰ। ਇਸ ਤੋਂ ਬਾਅਦ ਜਿਹੜਾ ਸਹੀ ਵਾਲਾ ਹੁਣ ਆਪਾਂ ਦਿੰਦੇ ਹਾਂ, ਇੰਟਰਸਟ ਔਨ ਕੈਪੀਟਲ। ਇੱਕ ਮਿੰਟ ਥੋੜਾ ਉੱਪਰ ਲਿਖ ਲਿਆ। ਪਹਿਲਾ ਪੁਆਇੰਟ ਆਹ, ਦੂਜਾ ਪੁਆਇੰਟ ਇੰਟਰਸਟ ਔਨ ਕੈਪੀਟਲ ਪ੍ਰੋਵਾਈਡਡ ਕਰੈਕਟਲੀ, ਜਿਹੜਾ ਕੀ ਹੈ 5%। 5% ਦੇਣਾ, 1 ਲੱਖ ਤੇ 1,20,000 ਤੇ 5%, ਇਹ ਬਣੂਗਾ 6,000 ਰੁਪਏ। ਤੇ ਇੱਕ ਗੱਲ ਹੋਰ ਧਿਆਨ ਰੱਖਿਓ, ਇਸ ਵਾਰੀ ਦੇਣਾ ਹੈ ਜੋ ਸਹੀ ਹੈ ਉਹ ਤਾਂ ਨੋਰਮਲ ਵੇ ਨਾਲ ਕਰਾਂਗੇ, ਤਾਂ ਉਹਦਾ ਕੋਈ ਰਿਵਰਸ ਵਾਲੀ ਗੱਲ ਨਹੀਂ। 6,000 ਰੁਪਏ ਕ੍ਰੈਡਿਟ ਕਰ ਦਿਓ। ਉਸ ਤੋਂ ਬਾਅਦ 90,000 ਤੇ 5%, 4,500 ਰੁਪਇਆ। ਫਿਰ 60,000 ਤੇ 5%, 3,000 ਰੁਪਇਆ। ਇਹਨਾਂ ਨੂੰ ਇੱਥੇ ਕ੍ਰੈਡਿਟ ਕੀਤਾ ਤਾਂ ਟੋਟਲ ਕਰ ਲਓ। ਇਹ ਸਾਰਿਆਂ ਨੂੰ ਇੱਥੇ ਡੈਬਿਟ, ਫਰਮ ਨੂੰ ਡੈਬਿਟ ਕਰਾਂਗੇ ਇਹਦੇ ਨਾਲ। 6 4 10 ਤੇ 3 13, 13,500 ਰੁਪਇਆ। ਓਕੇ, ਆਪਣਾ ਕੰਮ ਮੇਨ ਤਾਂ ਹੋ ਗਿਆ, ਜੋ ਮਤਲਬ ਗਲਤੀ ਸੀ ਉਹ ਤਾਂ ਸੁਧਾਰ ਲਈ, ਉਹ ਤਾਂ ਹੋ ਗਈ। ਪਰ ਇੱਕ ਗੱਲ ਧਿਆਨ ਰੱਖਿਓ, ਫਰਮ ਕੋਲ ਇੱਥੇ ਕੋਈ ਅਮਾਊਂਟ ਬਚਣੀ ਨਹੀਂ ਚਾਹੀਦੀ। ਮਜਬੂਰੀ ਹੈ ਕਿ ਇਹ ਦੋਹਾਂ ਦੀ ਡੈਬਿਟ ਤੇ ਕ੍ਰੈਡਿਟ ਜਿਹੜੀ ਸਾਈਡ ਹੈ ਸੇਮ ਅਮਾਊਂਟ ਹੋਵੇ ਲਿਖੀ ਹੋਈ, ਮਤਲਬ ਟੋਟਲ ਦੋਨਾਂ ਪਾਸੇ ਬਰਾਬਰ ਆਵੇ, ਡੈਬਿਟ ਵੀ ਤੇ ਕ੍ਰੈਡਿਟ ਵੀ। ਇੱਥੇ 16,200 ਬਣਦਾ, ਇੱਥੇ 13,500 ਬਣਦਾ। ਕਰੋ ਪੂਰੇ। 16,200 ਚੋਂ 13,500 ਮਾਈਨਸ ਕਰਦੇ ਹਾਂ, ਇਹ ਆ ਗਿਆ 2,700 ਰੁਪਇਆ। ਡੈਬਿਟ ਹੋਊਗਾ ਤਾਂ ਹੀ ਟੋਟਲ ਦੋਹਾਂ ਦਾ ਬਰਾਬਰ ਹੋਊਗਾ, ਹੈ ਨਾ। ਆ ਦੇਖੋ 16,200 ਇੱਧਰ ਬਣ ਜੂ, 16,200 ਉੱਧਰ ਬਣ ਜੂ। ਬਸ ਆਹੀ ਚਾਹੁੰਦੇ ਸੀਗੇ। ਬਟ ਧਿਆਨ ਨਾਲ ਦੇਖੋ, ਅਗਰ 2,700 ਇੱਥੇ ਬਚਿਆ ਤਾਂ ਇੱਧਰ ਫਿਰ ਪਾਰਟਨਰਸ ਨੂੰ ਡਿਸਟ੍ਰੀਬਿਊਟ ਵੀ ਹੋਊਗਾ। ਕਿਵੇਂ ਹੋਊਗਾ ਉਹ ਧਿਆਨ ਰੱਖਿਓ। 2,700 ਰੁਪਇਆ ਡੈਬਿਟ ਹੈ, ਡਿਸਟ੍ਰੀਬਿਊਟ ਜਦੋਂ ਕਰੋਗੇ ਤਾਂ ਪਾਰਟਨਰਸ ਨੂੰ ਕ੍ਰੈਡਿਟ ਕਰੋਗੇ ਜੀ। ਮਤਲਬ ਤੁਸੀਂ ਕ੍ਰੈਡਿਟ ਵਾਲੀ ਸਾਈਡ ਤੇ ਇੱਥੇ ਲਿਖੋਗੇ। ਕਿਵੇਂ ਵੰਡਣਾ, ਸਭ ਤੋਂ ਵੱਡਾ ਸਵਾਲ ਤਾਂ ਇਹ ਹੈ। ਕੁਐਸਚਨ ਦੇ ਵਿੱਚ ਕਿਤੇ ਨਹੀਂ ਸੀ ਲਿਖਿਆ ਪਿਆ ਇਹਨਾਂ ਦੀ ਰੇਸ਼ੋ ਕਿਹੜੀ ਹੈ। ਅਗਰ ਲਿਖਿਆ ਹੁੰਦਾ ਤਾਂ ਆਪਾਂ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਵਿੱਚ ਵੰਡਦੇ, ਪਰ ਜੇ ਕੋਈ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਨਹੀਂ ਦਿੱਤੀ ਹੋਈ ਤਾਂ ਮੰਨ ਕੇ ਚੱਲੋ ਵੀ ਇਕੁਅਲ ਰੇਸ਼ੋ ਹੈ, ਤਾਂ ਬਰਾਬਰ ਵੰਡ ਦਿਓ। ਮਤਲਬ 900 ਇਹਨੂੰ ਆਏਗਾ, 900 ਇਹਨੂੰ ਆਏਗਾ, 900 ਇਹਨੂੰ ਆਏਗਾ। ਹੁਣ ਜਿਹੜਾ ਇਹ ਐਕਸੈਸ ਅਮਾਊਂਟ ਹੈ, ਜਿਹੜੀ ਇਹ ਫਾਲਤੂ ਅਮਾਊਂਟ ਹੈ, ਇਹ ਦੋ ਹੀ ਗੱਲਾਂ ਹੋ ਸਕਦੀਆਂ ਨੇ, ਜਾਂ ਤਾਂ ਪ੍ਰੋਫਿਟ ਹੋਊਗਾ ਜਾਂ ਲੋਸ ਹੋਊਗਾ। ਪਤਾ ਕਿਵੇਂ ਲੱਗੂਗਾ, ਦੇਖਿਓ ਜ਼ਰਾ ਧਿਆਨ ਨਾਲ ਸਮਝੋ। ਦੋ ਗੱਲਾਂ ਨੇ ਪਤਾ ਲਗਾਉਣ ਵਾਸਤੇ, ਦੋ ਤਰੀਕੇ ਨੇ। ਤੁਸੀਂ 16,200 ਫਰਮ ਨੇ 16,200 ਵਾਪਸ ਲੈ ਲਿਆ, ਫਿਰ 13,500 ਵੰਡਤਾ, ਉਹਦੇ ਵਿੱਚੋਂ 16,200 ਲੈ ਕੇ 13,500 ਵੰਡਤਾ। ਫਰਮ ਕੋਲ ਪੈਸੇ ਬਚੇ ਪਏ ਨੇ, ਇੱਕ ਤਰੀਕੇ ਦਾ ਪ੍ਰੋਫਿਟ ਹੋ ਗਿਆ, ਫਾਇਦਾ ਹੋ ਗਿਆ ਜਿਹੜਾ ਬਚਿਆ ਹੋਇਆ। ਠੀਕ ਹੈ ਜੀ, ਉਹ ਤਾਂ ਹੀ ਫਾਇਦਾ ਹੋਇਆ ਜਿਹੜਾ ਆਪਾਂ ਹੁਣ ਪਾਰਟਨਰਸ ਨੂੰ ਕ੍ਰੈਡਿਟ ਕੀਤਾ। ਇੱਕ ਇੱਥੋਂ ਵੀ ਪਛਾਣ ਲੱਗ ਜੂਗੀ ਤੁਹਾਨੂੰ, ਜਿਹੜਾ ਆਪਾਂ ਐਕਸੈਸ ਅਮਾਊਂਟ, ਜਿਹੜੀ ਬਚੀ ਹੋਈ ਅਮਾਊਂਟ ਅਗਰ ਤਾਂ ਪਾਰਟਨਰਸ ਨੂੰ ਡੈਬਿਟ ਕਰਦੇ ਫਿਰ ਤਾਂ ਲੋਸ ਹੁੰਦਾ। ਅਗਰ ਪਾਰਟਨਰ ਨੂੰ ਕ੍ਰੈਡਿਟ ਕੀਤੀ ਹੈ ਫालतू ਬਚੇ ਹੋਏ ਪੈਸੇ, ਤਾਂ ਇਹਦਾ ਮਤਲਬ ਪ੍ਰੋਫਿਟ ਸੀਗਾ। ਤਾਂ ਉੱਥੇ ਲਿਖਾਂਗੇ ਆਪਾਂ ਪ੍ਰੋਫਿਟ ਡਿਸਟ੍ਰੀਬਿਊਟਡ। ਠੀਕ ਹੈ ਜੀ, ਤੇ ਬਸ ਆਪਣਾ ਕੰਮ ਖਤਮ ਹੈ। ਇੱਥੇ ਆਪਾਂ ਇੱਕ ਲਾਈਨ ਲਗਾ ਦਾਂਗੇ, ਟੋਟਲ ਕਰ ਲੈਂਦੇ ਹਾਂ। ਠੀਕ ਹੈ ਜੀ, ਟੋਟਲ ਦਾ ਕਾਲਮ ਤੁਹਾਨੂੰ ਦੱਸਿਆ ਸੀਗਾ ਵੀ ਟੋਟਲ ਦਾ ਕਾਲਮ ਇੱਥੇ ਚਾਹੀਦਾ ਆਪਾਂ ਨੂੰ। ਇੱਧਰ ਟੋਟਲ ਆਇਆ 7,200, ਇੱਧਰ ਆ ਗਿਆ ਜੀ 6,900, ਇੱਥੇ ਆਇਆ 5,400, ਇੱਧਰ ਆ ਗਿਆ 5,400, ਸੇਮ ਆ ਗਿਆ। ਇੱਥੇ 3,600, ਇੱਥੇ 3,900। ਤੇ ਆਪਾਂ ਨੇ ਬਸ ਆਹ ਇੱਕ ਮਾੜਾ ਜਿਹਾ ਕੰਮ ਕਰਨਾ, ਲਾਈਨਸ ਇੱਥੇ ਆਪਾਂ ਨੂੰ ਚਾਹੀਦੀਆਂ ਨੇ। ਕਿਉਂ? ਆਪਾਂ ਇੱਥੇ ਲਾਸਟ ਲਿਖਦੇ ਹੁੰਦੇ ਆ ਡਿਫਰੈਂਸ ਕਿੰਨਾ ਆਇਆ। ਡਿਫਰੈਂਸ ਕਿੰਨਾ ਆਇਆ ਬਈ? ਇਹ ਦੋਹਾਂ ਦਾ ਫਰਕ 300 ਦਾ। ਤੇ ਇੱਕ ਚੀਜ਼ ਹੋਰ ਗੌਰ ਰੱਖਿਓ, ਡੈਬਿਟ ਸਾਈਡ ਵੱਡੀ ਹੈ ਤਾਂ ਤੁਸੀਂ ਇੱਥੇ ਨਾਲ ਜ਼ਰੂਰ ਲਿਖ ਦਿਓ ਡੈਬਿਟ।
ਇੱਥੇ ਤਾਂ ਸੇਮ ਆ ਗਿਆ, ਵਾਹ ਨਿਲ ਲਿਖ ਦਿੰਦੇ ਹਾਂ। ਤੇ ਇੱਥੇ ਆਪਣਾ 300 ਰੁਪਇਆ ਘੱਟ ਆਇਆ, ਮਤਲਬ ਕਿ 300 ਰੁਪਏ ਦਾ ਫਰਕ ਆ ਗਿਆ। ਇੱਥੇ ਕਿਹੜੀ ਸਾਈਡ ਬੜੀ ਹੈ? ਕ੍ਰੈਡਿਟ ਸਾਈਡ ਬੜੀ ਹੈ, ਤਾਂ ਕ੍ਰੈਡਿਟ ਲਿਖ ਦਿੰਦੇ ਹਾਂ। ਉੱਥੇ ਆਪਣਾ ਕੁਝ ਵੀ ਨਹੀਂ ਹੈਗਾ, ਨਿਲ ਲਿਖ ਦਿਓ। ਆਪਣਾ ਕੁਐਸਚਨ ਮੁੱਕ ਗਿਆ। ਕਿਵੇਂ? ਬਸ ਆਪਾਂ ਹੁਣ ਇੱਥੇ ਇਹੀ ਲਿਖਾਂਗੇ, ਇੱਕ ਐਂਟਰੀ ਪਾਵਾਂਗੇ ਤੇ ਆਪਣਾ ਕੰਮ ਖਤਮ ਹੈ ਜੀ। ਦੇਖਿਓ ਜ਼ਰਾ ਐਂਟਰ ਕੀ ਹੋਏਗੀ, ਆਪਣਾ ਡੈਬਿਟ ਇਹਨੂੰ ਕਰਨਾ, ਏ ਨੂੰ, ਇਜ਼ ਕੈਪੀਟਲ ਅਕਾਊਂਟ ਡੈਬਿਟਡ ਟੂ, ਕ੍ਰੈਡਿਟ ਕਿਹਨੂੰ ਕਰਨਾ? ਸੀ ਨੂੰ ਕਰਨਾ ਜੀ। ਇੱਥੇ ਬਚਿਆ ਸੀ ਟੂ ਸੀਜ਼ ਕੈਪੀਟਲ ਅਕਾਊਂਟ, ਕਿੰਨੇ ਰੁਪਏ? 300 being adjustment done for interest on capital। ਆਪਣਾ ਕੰਮ ਖਤਮ ਹੈ। ਇੱਕ ਨਵਾਂ ਕੁਐਸਚਨ ਬਟ ਥੋੜੇ ਜਿਹੇ ਡਿਫਰੈਂਟ ਸਟਾਈਲ ਦੇ ਵਿੱਚ। देखियो ए बी सी 3 ਲੱਖ 1 ਲੱਖ 2 ਲੱਖ ਇਹ ਕੈਪੀਟਲਸ ਨੇ। रेशो 2:1:2 प्रॉफिट शेयरिंग रेशो ਦਿੱਤੀ ਹੋਈ ਹੈ। एक आ गल लिखी हुई है। मेरी आदत है कि मैं क्वेश्चन थोड़ा जिहा ब्रीफ जे करके तुहानूं मैं इत्थे दिखा दिंदा, नहीं तो पूरी स्टेटमेंट दिखाण लग्या फिर फोटो दिखानी पैंदी है, फिर वो मज़ा जिहा आउंदा नहीं। चलो देखो, इंटरस्ट ऑन कैपिटल वाज क्रेडिटेड, ध्यान नाल सुनियो, 9% कहंदे देता, इंस्टेड ऑफ दी बजाए 10%। 9% देता, देना 10% से। अगे एक होर भी गल लिखी है, प्रॉफिट बिफोर चार्जिंग इंटरस्ट इज़ 2,50,000। पिछला क्वेश्चन भी काफ़ी हद तक इदा ही सी, बट एक चीज़ नवी है, वो की आह प्रॉफिट। प्रॉफिट बारे बस एक निक्की जी गल ध्यान रखनी है। इत्थे ये देखो किते ये ना लिखा होवे कि प्रॉफिट की डिस्ट्रीब्यूशन गलत हुई भी है। अगर वो कहन कि जिहड़ा प्रॉफिट 2.5 लाख रुपए जिवें इत्थे दिता होया गलत डिस्ट्रीब्यूट किया, गलत डिस्ट्रीब्यूट मतलब रेशो 2:1:2 दी हुई सी, मान के चलो उन्होंने डिस्ट्रीब्यूट कर दिता हुंदा इक्वली। अगर कोई ऐसी गड़बड़ हुंदी फिर तो प्रॉफिट की चिंता करने की जरूरत सीगी, अदरवाइज कोई चक्कर नहीं। आप सारा क्वेश्चन उवें ही कड्डांगे जिवें आप पिछला क्वेश्चन कड्डिया सी, ते प्रॉफिट कहीं झाकना भी नहीं है। देखियो जी किवें। सब तो पहले जी गलती हुई है उन्होंने लिखांगे इंटरस्ट ऑन कैपिटल, इंटरस्ट ऑन कैपिटल प्रोवाइडेड रोंग। जी गलत इंटरस्ट ऑन कैपिटल दी गई है, पहला वह हिसाब लाइए। 2 लाख 3 लाख 1 लाख ये तिने कैपिटल्स हैं, 3 लाख तो 9%। जी गलत दी गई है उन्होंने आप वापस ले लाँगे। 27,000 रुपये बनया, 3 लाख तो 9%, 27,000 ए तो लेना, 1 लाख तो 9%, बी तो 9,000, 2 लाख तो 9%, सी तो 18,000। ठीक है, ए बी सी डेबिट कितने हैं, तो उधरले पासे की करांगे फिर ये आ गया जी अपना क्रेडिट करांगे 54,000 रुपये। इन्नी गल ओके है, सेम उवें कर रहे हैं जिवें पहला क्वेश्चन किया। इस तो बाद इंटरस्ट ऑन कैपिटल प्रोवाइडेड करैक्ट सही करके किवें देना, देखो जरा ध्यान नाल। इंटरस्ट ऑन कैपिटल 10% वाला सही है, 3 लाख तो 10% 30,000 बनया, 1 लाख तो 10% 10,000 बनया, तो 2 लाख तो 10% 20,000 बनया। तो एक करैक्ट वाला देना है, इस करके क्रेडिट किया है। ठीक है, जे इनू क्रेडिट किया है तो फर्म को क्या होएगा, डेबिट। तो बस लास्ट वाला पॉइंट अपना वही होंदा कि यह फर्म का खाता दोनों पासे डेबिट क्रेडिट बराबर रहें। मतलब जो इत्थे 60 है तो इत्थे भी 60 होना चाहिए। किवें करोगे, 6,000 रुपया होर लिखांगे। ठीक है जी, तो बस 6,000 रुपये लिखांगे। ये 6,000 गौर करो, इत्थे क्रेडिट किया,
ਤਾਂ ਪਾਰਟਨਰਸ ਨੂੰ क्या ਹੋਏਗਾ, ਡੈਬਿਟ ਹੋਏਗਾ ਉਹਨਾਂ ਦੀ ਇਸ ਰੇਸ਼ੋ ਦੇ ਵਿੱਚ। ਜਿਹੜਾ ਇੱਥੇ 6000 ਰੁਪਏ ਆਇਆ ਇਹ ਉੱਥੇ ਕ੍ਰੈਡਿਟ ਸੀਗਾ, ਪਾਰਟਨਰਸ ਨੂੰ ਡੈਬਿਟ ਹੋਏਗਾ 2:1:2 ਦੀ ਰੇਸ਼ੋ 'ਚ। ਕੱਢ ਕੇ ਦੇਖੀਏ 6000 × 2/5, 6000 × 1/5 ਤੇ 6000 × 2/5 ਤੇ ਫਿਰ ਇਹ ਆਏਗਾ ਇੱਥੇ 2400, 1200 ਫਿਰ 2400। ਤੇ ਹੈ ਕੀ ਆਪਾਂ ਪਾਰਟਨਰਸ ਡੈਬਿਟ ਕੀਤੇ ਨੇ, ਸਭ ਤੋਂ ਵੱਡਾ ਹਿੰਟ ਇਹੀ ਹੈ। ਅਗਰ ਡੈਬਿਟ ਕੀਤੇ ਨੇ ਤਾਂ ਇਟ ਮੀਨਸ ਲੋਸ ਹੋ ਗਿਆ, ਡਿਸਟ੍ਰੀਬਿਊਟਿਡ। ਇਹ ਕਿਵੇਂ ਪਤਾ ਲੱਗਦਾ ਤੁਹਾਨੂੰ? ਹੁਣ ਮੈਂ ਹੋਰ ਵੀ ਗੱਲ ਦੱਸ ਦਿੰਦਾ। ਦੇਖੋ 54 ਵਾਪਸ ਲਿਆ ਸੀਗਾ ਪਰ 60 ਦੇਣਾ ਪੈ ਗਿਆ। 54,000 ਪਾਰਟਨਰਸ ਤੋਂ ਲਿਆ, 60 ਉਹਨਾਂ ਨੂੰ ਉਹਦੇ ਬਦਲੇ ਦੇ ਵੀ ਦਿੱਤਾ, 6000 ਰੁਪਏ ਹੋਰ ਦੇਣਾ ਪਊਗਾ। ਤਾਂ ਉਹ 6000 ਰੁਪਏ ਇੱਕ ਤਰੀਕੇ ਨਾਲ ਲੋਸ ਹੋ ਗਿਆ ਫਰਮ ਵਾਸਤੇ। ਫਿਰ ਉਹ ਲੋਸ ਕੌਣ ਸਫਰ ਕਰੇਗਾ? ਪਾਰਟਨਰ ਸਫਰ ਕਰਨਗੇ। ਤਾਂ ਬਸ ਦੇਖ ਲੈਂਦੇ ਹਾਂ ਅੱਗੇ ਆਪਾਂ। ਆਪਣਾ ਮੇਨ ਕੰਮ ਇੱਥੇ ਪਹਿਲਾਂ ਤਾਂ ਟੋਟਲ ਪਤਾ ਕਰਨਾ ਹੈ ਜੀ। ਟੋਟਲ ਕੱਢਦੇ ਹਾਂ। ਇਹ ਆ ਗਿਆ 29,400, ਇੱਥੇ 30,000, ਇੱਥੇ ਆ ਗਿਆ 10,200, ਇੱਥੇ 10,000, ਇੱਥੇ ਆ ਗਿਆ ਜੀ 20,400, ਇੱਥੇ ਆ ਗਿਆ ਜੀ 20,000, ਇੱਥੇ 60 ਪੂਰਾ ਹਜ਼ਾਰ ਹੈ, 60,000 ਇੱਧਰ ਵੀ ਹੈ। ਤੇ ਆਪਣਾ ਟੋਟਲ ਦਾ ਕੰਮ ਤਾਂ ਖਤਮ ਹੋ ਗਿਆ। ਪਰ ਤੁਹਾਨੂੰ ਪਤਾ ਆਪਾਂ ਅੱਗੇ ਵੀ ਕੰਮ ਕਰਦੇ ਹੁੰਦੇ ਹਾਂ। ਆਪਾਂ ਇਸ ਤੋਂ ਬਾਅਦ ਡਿਫਰੈਂਸ, ਜਿਹੜੀ ਮੇਨ ਇੰਪੋਰਟੈਂਟ ਚੀਜ਼ ਹੈ ਜਿਹਦੇ ਨਾਲ ਆਪਣਾ ਆਨਸਰ ਆਏਗਾ। ਫਰਕ ਕਿੰਨਾ ਹੈ ਜੀ? 600 ਰੁਪਏ ਦਾ ਫਰਕ ਹੈ। ਕ੍ਰੈਡਿਟ ਸਾਈਡ ਬੜੀ ਹੈ, ਦੇਖੋ ਕ੍ਰੈਡਿਟ ਸਾਈਡ ਬੜੀ ਹੈ ਨਾ, ਤਾਂ ਕ੍ਰੈਡਿਟ। 200 ਰੁਪਏ ਦਾ ਫਰਕ ਹੈ, ਡੈਬਿਟ ਸਾਈਡ ਬੜੀ ਹੈ ਤਾਂ ਡੈਬਿਟ। 400 ਰੁਪਏ ਦਾ ਫਰਕ ਹੈ, ਡੈਬਿਟ ਸਾਈਡ ਬੜੀ ਹੈ, ਡੈਬਿਟ। ਇੱਥੇ ਕੋਈ ਫਰਕ ਹੋਣਾ ਨਹੀਂ ਚਾਹੀਦਾ, ਨਿਲ। ਹੁਣ ਐਂਟਰੀ ਕਿਆ ਬਣੇਗੀ ਤੇ ਆਪਣਾ ਕੁਐਸਚਨ ਖਤਮ ਹੈ। ਦੇਖੋ ਇਹਦੀ ਐਂਟਰੀ ਪਏਗੀ, A ਨੂੰ ਕ੍ਰੈਡਿਟ ਕਰਨਾ ਹੈ, B ਤੇ C ਨੂੰ ਡੈਬਿਟ ਕਰਨਾ ਹੈ ਜੀ। B's capital account debited, C's capital account debited to A's capital account। पैसे कितने? 200, 400, 600। 200, 400 इधर आएगा 600 रुपये। बस ये नरेशन लिख लेना, बीइंग एडजस्टमेंट डन फॉर द इंटरेस्ट ऑन कैपिटल।